ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦਾ ਮਿਲਾਪ ਕੇਵਲ ਸਰੀਰਕ ਦਰਸ਼ਨ ਸਤਿਗੁਰ ਦਾ ਮਿਲਾਪ ਨਹੀਂ ਹੈ। ਸਤਿਗੁਰ ਦੇ ਸ਼ਬਦ ਨਾਲ ਸਤਿਗੁਰ ਦਾ ਮਿਲਣਾ ਹੀ ਮਿਲਾਪ ਹੈ। ਇੱਥੇ ਅਸੀਂ ਵਿਚਾਰ ਕੱਲ੍ਹ ਦੀ ਵੀਡੀਓ ਵੀ ਛੱਡੀ ਸੀ। ਤੋ ਗੁਰਬਾਣੀ ਦਾ ਹੁਕਮ ਹੈ, ਗੁਰੂ ਤੀਜੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਸਭਾ ਏਵ ਨਾ ਪਾਈਆ ਨਾ ਨੇੜੇ ਨਾ ਦੂਰ। ਭਾਵ ਗੁਰੂ ਦੀ ਸੰਗਤ ਇਵੇਂ ਪ੍ਰਾਪਤ ਨਹੀਂ ਹੁੰਦੀ ਵੀ ਨੇੜੇ ਹੋਣ ਨਾਲ ਜਾਂ ਦੂਰ ਹੋਣ ਨਾਲ, ਇਸ ਗੱਲ ਦੀ ਕੋਈ ਮਾਤਾ ਨਹੀਂ ਹੈ। ਨਾਨਕ ਸਤਿਗੁਰ ਤਾਂ ਮਿਲਿਆ ਜਾਂ ਮਨ ਰਹਿ ਹਦੂਰ। ਕੋਈ ਦੂਰ ਬੈਠਾ ਅਗਰ ਉਸਦਾ ਮਨ ਗੁਰੂ ਦੀ ਹਜ਼ੂਰੀ ਵਿੱਚ ਹੈ, ਗੁਰੂ ਦੀ ਬਾਣੀ ਵੀ ਜੁੜਿਆ ਹੈ, ਤਾਂ ਉਹ ਗੁਰੂ ਦੀ ਸੰਗਤ ਪ੍ਰਾਪਤ ਕਰ ਰਿਹਾ। ਕੋਈ ਗੁਰੂ ਦੇ ਬਿਲਕੁਲ ਨੇੜੇ ਨਿਕਟ ਬੈਠਾ ਹੈ, ਲੇਕਿਨ ਉਹਦੀ ਸੁਰਤੀ ਖਾਲੀ ਸਰੀਰਾਂ ਵਿੱਚ ਹੀ ਹੈ, ਸ਼ਬਦ ਵਿੱਚ ਨਹੀਂ ਹੈ, ਸ਼ਬਦ ਸੁਰ ਦਾ ਮੇਲ ਨਹੀਂ ਹੋ ਰਿਹਾ। ਉਹ ਨੇੜੇ ਹੁੰਦਾ ਵੀ ਗੁਰੂ ਤੋਂ ਬਹੁਤ ਦੂਰ ਹੈ, ਗੁਰੂ ਗਿਆਨ ਤੋਂ ਵਾਂਝਾ ਹੈ। ਸਤਿਗੁਰੂ ਜਿਹਨੇ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਸਤਿਗੁਰੂ ਦਾ ਸਿਮਰਨ ਨਹੀਂ ਕੀਤਾ, ਸਮਝੋ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਜਿਨ੍ਹਾਂ ਦੇ ਅੰਦਰ ਗੁਰੂ ਦਾ ਗਿਆਨ ਦਾ ਜੋ ਪ੍ਰਕਾਸ਼ ਹੈ ਨਹੀਂ ਹੋਇਆ, ਉਹ ਮ੍ਰਿਤਕ ਸਮਾਨ ਜ਼ਿੰਦਗੀ ਹੈ, ਉਹਦਾ ਆਤਮਿਕ ਜੀਵਨ ਹੈ ਹੀ ਨਹੀਂ ਹੈ। ਗੁਰ ਕਾ ਕਿਹਾ ਜੇ ਕਰੇ ਸੁਖੀ ਹੋ ਸੁਖਸਾਰ। ਗੁਰੂ ਦਾ ਕਹਿਣਾ ਮੰਨਣਾ ਹੈ। ਜਿਹੜਾ ਬੰਦਾ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਦੀ ਕਿਰਿਆ ਕਰੇ, ਸੁਖੀ ਹੂੰ ਸੁਖਸਾਰ, ਉਹ ਸੁੱਖਾਂ ਦਾ ਮਾਨੋ ਖਜ਼ਾਨਾ ਲੱਭ ਲੈਂਦਾ ਹੈ। ਗੁਰ ਕੀ ਕਰਨੀ ਭੋ ਕੱਟੀ ਹੈ। ਗੁਰੂ ਦੀ ਕਰਨੀ ਕਮਾਇਆ ਡਰ ਪੈ ਖਤਮ ਹੋ ਜਾਂਦਾ ਹੈ। ਨਾਨਕ ਪਾਵੇਂ ਪਾਰ। ਇਹ ਨਾਨਕ ਸੰਸਾਰ ਸਾਗਰ ਤੋਂ ਬੰਦਾ ਪਾਰ ਜਾਂਦਾ ਹੈ, ਮੋਹ ਵਿਕਾਰਾਂ ਹੋਮੇ ਦੇ ਸਾਗਰ ਤੋਂ ਤਰ ਜਾਂਦਾ ਹੈ। ਹੁਣ ਇਹ ਗੱਲ ਕਈ ਲੋਕ ਭੁਲੇਖੇ ਪਾਉਂਦੇ ਨੇ, ਜੋ ਡੇਰੇਦਾਰ ਗੁਰੂ ਬਣ ਬੈਠੇ ਨੇ ਅੱਜ ਕੱਲ੍ਹ ਦੇ, ਕਿ ਵੀ ਜਿਉਂਦਾ ਇਨਸਾਨ ਗੁਰੂ ਧਾਰਨਾ ਜ਼ਰੂਰੀ ਹੈ। ਜਿਉਂਦਾ ਇਨਸਾਨ ਹੀ ਗੁਰੂ ਮੰਤਰ ਦੇ ਸਕਦਾ ਹੈ, ਉਹ ਹੀ ਧਾਰ ਸਕਦਾ ਹੈ। ਗੁਜ਼ਰੇ ਹੋਏ ਗੁਰੂਆਂ ਦੀ ਬਾਣੀ ਜਾਂ ਉਹਨਾਂ ਦਾ ਦਿੱਤਾ ਗਿਆਨ ਅੱਜ ਉਪਲਬਧ ਵੀ ਹੈ, ਤਾਂ ਵੀ ਉਹ ਜੀਂਦੇ ਗੁਰੂ, ਇਨਸਾਨ ਰੂਪੀ ਗੁਰੂ ਤੋਂ ਬਿਨਾਂ ਉਹ ਬੇਕਾਰ ਹੈ। ਇਹ ਗੱਲ ਬਿਲਕੁਲ 100 ਪੈਸੇ ਗਲਤ ਹੈ ਕਿ ਜਿਹੜੇ ਗੁਰੂ ਸੀੜ ਕਰਕੇ ਸੰਸਾਰ ਤੋਂ ਚਲਾਣਾ ਕਰ ਗਏ ਨੇ, ਉਹਨਾਂ ਦੀ ਬਾਣੀ ਗੁਰੂ ਨਹੀਂ ਹੋ ਸਕਦੀ। ਇਹ ਖਿਆਲ ਕਰਨਾ ਬਿਲਕੁਲ ਗਲਤ ਹੈ। ਕਿਉਂਕਿ ਜਦੋਂ ਗੁਰੂ ਆਪਣੇ ਸਿਰਾਂ ਵਿੱਚ ਮੌਜੂਦ ਸਨ, ਸਾਡੇ 10 ਗੁਰੂ ਸਾਹਿਬਾਨ ਸਿਰਾਂ ਵਿੱਚ ਜਦੋਂ ਮੌਜੂਦ ਸਨ, ਉਦੋਂ ਜਿਹੜੀ ਉਹਨਾਂ ਦੇ ਮੁੱਖੋਂ ਬਾਣੀ ਉਚਾਰਨ ਹੁੰਦੀ ਸੀ, ਜਿਹੜਾ ਉਸ ਬਾਣੀ ਨੂੰ ਆਪਣੇ ਮਨ 'ਚ ਵਸਾ ਲੈਂਦਾ ਸੀ, ਜੋ ਗਿਆਨ ਇੰਦਰੀਆਂ ਅੱਖਾਂ ਨਾਲ ਦੇਖ ਕੇ ਅਸੀਂ ਬਾਣੀ ਨੂੰ ਮਨ ਵਿੱਚ ਲਿਜਾ ਸਕਦੇ ਹਾਂ, ਕੰਨਾਂ ਨਾਲ ਬਾਣੀ ਦਾ ਕੀਰਤਨ ਸੁਣ ਕੇ, ਵਿਆਖਿਆ ਸੁਣ ਕੇ ਮਨ ਵਿੱਚ ਲਿਜਾ ਸਕਦੇ ਹਾਂ, ਰਸਨ ਨਾਲ ਬੋਲ ਕੇ ਬਾਣੀ ਬੋਲ ਸਕਦੇ ਹਾਂ, ਮਨ 'ਚ ਲਿਜਾ ਸਕਦੇ ਹਾਂ। ਇਹ ਗਿਆਨ ਇੰਦਰੀ ਜਿਹੜੇ ਨੇ, ਇਹ ਸਾਡੇ ਜਿਸ ਤਰ੍ਹਾਂ ਸਰੀਰ ਦੀ ਤਵੱਚਾ ਹੈ, ਚਮੜੀ ਹੈ, ਇਹਦੀ ਛੋਹ ਨਾਲ ਵੀ ਗਿਆਨ ਮਨ ਨੂੰ ਮਿਲਦਾ ਹੈ। ਤੋ ਉਸ ਵਕਤ ਗੁਰੂ ਜੀ ਦੇ ਮੁਖ 'ਚੋਂ ਗਿਆਨ ਉਚਾਰਨ ਹੁੰਦਾ ਸੀ। ਗੁਰਸਿੱਖਾਂ ਦਾ ਕਰਨ ਸੁਣਦੇ ਸਨ, ਕੰਨ ਸੁਣਦੇ ਸਨ ਤਾਂ ਮਨ 'ਚ ਵਸਾਉਂਦੇ ਸਨ, ਜੋ ਉਹਨਾਂ ਦਾ ਭਵ ਸਾਗਰ ਪਾਰ ਹੁੰਦਾ ਸੀ, ਉਹ ਜੀਵਨੀ ਸਫਲ ਹੁੰਦੇ ਸਨ। ਗੁਰੂ ਸਾਹਿਬ ਦੇ ਸਿਰ 'ਚ ਹੁੰਦਿਆਂ ਵੀ ਜਿਨ੍ਹਾਂ ਨੇ ਗੁਰੂ ਦੀ ਬਾਣੀ ਉੱਪਰ ਅਮਲ ਨਹੀਂ ਕੀਤਾ, ਗੁਰੂ ਦੀ ਬਾਣੀ ਅਨੁਸਾਰ ਜੀਵਨ ਨਹੀਂ ਜੀਆ, ਉਹ ਗੁਰੂ ਸਾਹਿਬ ਦੇ ਸਾਹਮਣੇ ਹੁੰਦਿਆਂ ਹੀ ਨਹੀਂ, ਬਲਕਿ ਗੁਰੂ ਸਾਹਿਬ ਦੇ ਘਰ ਦੇ ਸਾਹਿਬਜ਼ਾਦੇ ਹੁੰਦਿਆਂ ਵੀ ਗੁਰੂ ਦੀ ਪਦਵੀ 'ਤੇ, ਉਸ ਉੱਚੇ ਮਰਤਬੇ ਦੇ ਆਤਮਿਕ ਦਰਜੇ 'ਤੇ ਨਹੀਂ ਪਹੁੰਚ ਸਕੇ। ਗੁਰੂ ਨਾਨਕ ਦੇਵ ਜੀ ਦੇ 2 ਸੁਪੁੱਤਰ, ਗੁਰੂ ਅੰਗਦ ਦੇਵ ਜੀ ਦੇ 2 ਸੁਪੁੱਤਰ, ਦਾਤੂ ਦਾਸੂ, ਬਾਬਾ ਲਖਮੀ ਚੰਦ, ਸ੍ਰੀ ਚੰਦ, ਇਹ ਗੁਰੂਆਂ ਦੇ ਸਾਹਿਬਜ਼ਾਦੇ ਹੋਣ ਦੇ ਬਾਵਜੂਦ ਗੁਰੂ ਰਾਮਦਾਸ ਜੀ ਦੇ 3 ਸਾਹਿਬਜ਼ਾਦਿਆਂ ਵਿੱਚੋਂ 2, ਬਾਬਾ ਮਹਾਨਦੇਵ ਜੀ, ਬਾਬਾ ਪ੍ਰਿਥੀ ਚੰਦ ਜੀ, ਉਸ ਮਰਤਬੇ ਦੇ ਨਹੀਂ ਪਹੁੰਚ ਸਕੇ ਜਿੱਥੇ ਸਭ ਤੋਂ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਸ਼ਬਦ ਦੀ ਕਮਾਈ ਕਰਕੇ ਗੁਰੂ ਦਾ ਦਰਜਾ ਪ੍ਰਾਪਤ ਕਰਕੇ ਗੁਰਗੱਦੀ 'ਤੇ ਵਿਰਾਜਮਾਨ ਹੋਏ ਅਤੇ ਸ਼ਹੀਦਾਂ ਦੇ ਸਰਤਾਜ ਕਹਿਲਾਏ। ਤਾਂ ਗੁਰੂ ਸਾਹਿਬ ਦੇ ਸਰੀਰ 'ਚ ਹੁੰਦੇ ਵੀ ਜੋ ਗੁਰੂ ਦੀ ਬਾਣੀ ਨੂੰ ਮਨ ਨਾਲ ਜੋੜਦਾ ਸੀ, ਉਹੀ ਜੀਵਨ ਸਫਲ ਕਰਦਾ ਸੀ। ਜਿੰਨੀ ਦੇਰੀ ਸ਼ਬਦ ਸੁਰ ਦਾ ਮੇਲ ਨਾ ਹੋਵੇ, ਸਾਹਮਣੇ ਸਰੀਰ ਦੇਖ ਕੇ ਵੀ ਕੁਛ ਨਹੀਂ। ਗੁਰੂ ਦਾ ਦਰਸ਼ਨ ਗੁਰੂ ਦੀ ਬਾਣੀ ਦਾ ਦਰਸ਼ਨ ਹੈ, ਨਾ ਕਿ ਕੇਵਲ ਸਰੀਰ ਦਾ ਦਰਸ਼ਨ। ਸਰੀਰ ਦਾ ਦਰਸ਼ਨ ਵੀ ਦਰਸ਼ਨ ਹੈ ਗੁਰੂ ਦਾ, ਗੁਰੂ ਸਾਹਿਬ ਦੇ ਸਰੀਰ ਦਾ ਸਤਿਕਾਰ ਹੈ, ਲੇਕਿਨ ਕੇਵਲ ਸਰੀਰਕ ਸੰਬੰਧ ਨਾਲ ਆਤਮਿਕ ਉਲਾਰਾ ਨਹੀਂ ਮਿਲਦਾ, ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਜਿਸ ਅਵਸਥਾ 'ਤੇ ਇਨਸਾਨ ਪੁੱਜਣ ਲਈ ਇਹ ਸੰਸਾਰੀ ਜੀਵਨ ਵਿੱਚ ਆਇਆ ਹੈ, ਉਹ ਮਨੋਰਥ ਪੂਰਾ ਨਹੀਂ ਹੁੰਦਾ। ਤਾਂ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗਏ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਵੇਂ ਗੁਰੂ ਸਾਹਿਬ ਦੇ ਮੂੰਹ ਤੋਂ ਉਚਾਰਨ ਹੁੰਦਾ ਸੀ, ਅਸੀਂ ਕੰਨਾਂ ਨਾਲ ਸੁਣ ਕੇ ਮਨ 'ਚ ਵਸਾਉਂਦੇ ਸਾਂ ਅਤੇ ਜੀਵਨ ਸਫਲ ਕਰਦੇ ਸਾਂ। ਅੱਜ ਗੁਰੂ ਸਾਹਿਬ ਦੀ ਬਾਣੀ ਚਾਹੇ ਤੁਸੀਂ ਪੜ੍ਹ ਕੇ, ਨੇਤਰਾਂ ਰਾਹੀਂ ਪੜ੍ਹ ਕੇ, ਆਪਣੇ ਮਨ 'ਚ ਵਸਾ ਕੇ ਉਹਦੇ ਅਨੁਸਾਰ ਅਮਲੀ ਜੀਵਨ ਜੀਓਗੇ ਤਾਂ ਜੀਵਨ ਸਫਲ ਹੈ। ਬਾਣੀ ਪੜ੍ਹ ਨਹੀਂ ਸਕਦੇ, ਬਾਣੀ ਸੁਣ ਕੇ ਕੰਨਾਂ ਨਾਲ ਮਨ ਵਿੱਚ ਵਸਾਵੋਗੇ, ਉਸ ਬਾਣੀ ਅਨੁਸਾਰ ਵਿਸ਼ਵਾਸ ਕਰਕੇ ਉਹਦੇ ਅਨੁਸਾਰ ਜੀਵਨ ਜੀਓਗੇ
तो वो बाणी का उतना ही महत्व है जितना गुरु साहब के मुख चों उचारी हुई बाणी है। कीर्तन सुन के पढ़ के किसी तरीके नाल भी असी बाणी नूं मन विच बजाना है, सुरत शब्द का मेल करना है। सवाल तो सुर शब्द के मेल का है। सवाल ये नहीं है कि बाणी शरीर चों आ रही है, गुरु के शरीर चों आ रही है, जो किसी गुरसिख के शरीर चों आ रही है। शरीर केवल माध्यम ने, ज्ञान नूं दूसरे तक पहुँचाने का शरीर माध्यम ने। ज्ञान जिहड़ा है वो जो मुख च उचारण होंदा वो ज्ञान है, तो उसनूं सुरती विच बिठा के उसका लाभ लेना होंदा है। सो ये गल करनी बिल्कुल 16 आने गलत है कि ਜਿਹੜੇ गुरु पीर संसार तो सरीरक तौर पर चले गए तो उन्हों की बाणी जिहड़ी है वो गुरु नहीं हो सकती। ये गल बिल्कुल गलत है। बाणी गुरु है। तो सिख पंथ लई ते एक फख्र की गल है कि हिंदुस्तान की सुप्रीम कोर्ट ने भी गुरु ग्रंथ साहिब जी को जूरिस्ट परसन की पावर दी कि भाव गुरु ग्रंथ साहिब जी केवल एक ग्रंथ एक पुस्तक नहीं हैं, बल्कि जींदे जागदे गुरु समान उन्हों का सत्कार है, उन्हों का महत्व है। ये गल सानू सबनों पता होनी चाहिए है। इसलिए गुरु की मूर्त गुरु का शब्द ही है। गुर की मूर्त मन में ध्यान, गुरु की मूर्त का मन में ध्यान कर। इतने मूर्त तो भाव शरीर नहीं है। गुर का शब्द मंत्र मन मन। अगली पंक्ति क्लीयर हो गया जी। गुरु के शब्द के राही उस गुरु का जो मन है, गुरु के जो मन के ओपीनियन ने, उन्होंने अपने मन में अपने तू ओपीनियन बना। गुरबाणी बनी है, गुरबाणी अनुसार जीवन बनाइए। गुर के चरण हृदय लै तारो, गुर पारब्रह्म सदा नमस्कारो। गुरु के चरण हृदय लै तारो का भी मतलब है कि गुरु का ज्ञान अपने हृदय भी धारण करो, उस ज्ञान अनुसार अपना जीवन जीवो। तो ये बहुत स्पष्ट होना चाहिए है कि गुरबाणी गुरु है, बाणी गुरु गुरु है, बाणी विच बाणी अमृत सारे। पिछले दिनी एक भाई साहब पंजाब दे उन्होंने नाल मीडिया वाले इंटरव्यू लै रहे सन, तो वो कह रहे सन जी गुरु ग्रंथ साहब जी गुरु नहीं हैं, गुरु ग्रंथ साहब को गुरगद्दी नहीं दी गई। ये जड़ा सिख दोहरा पढ़ते न आ गया पई अकाल की तबे चलायो पंथ, सब सिखन को हुक्म है गुरु मानियो ग्रंथ। ये गुरु साहब का उच्चारण किया होया नहीं है, बल्कि गुरु साहब के समकाली भाई प्रहलाद सिंह जी का उच्चार दस रहे हैं। गुरु नानक साहब जी ने जदों गुरगद्दी गुरु अंगद देव जी को दी, उन्होंने कोई रिटन आर्डर नहीं किया, ना ही गुरबाणी गुरु नानक साहब ने आप लिखिया कि मैं गुरु अंगद देव जी को अपनी थां ते एक गुरगद्दी की जिम्मेवारी सौंप के जा रहा हाँ। गुरु अंगद देव जी ने गुरु अमरदास जी को गुरगद्दी दी, उन्होंने भी ऐसा कोई रिटन आर्डर नहीं किया, ना ही अपनी बाणी किजे दर्ज किया कि मैं गुरगद्दी गुरु अमरदास जी को दे रहा हाँ। पर जिस भी गुरु ने एक गुरगद्दी की जिम्मेवारी अगले उत्तराधिकारी गुरु को दी, उस वक्त जो मौके पर सिख मौजूद सन वो उस गल की गवाही सन कि ये गुरगद्दी की जिम्मेवारी अगे किस गुरु को प्राप्त हुई है। तो उसे वो अगे वास्ते गुरु नानक का रूप समझ के गुरु नानक स्वीकार करते सन, गुरु नानक की तरह गुरु स्वीकार करते सन। इस तरह ही ये सारी मर्यादा गुरु गोबिंद सिंह पातशाह तक पहुँची है। तो उस वक्त के सिख जदों 1708 में गुरु गोबिंद सिंह पातशाह जी ने ज्योति जोत समाउण तो पहला गुरु ग्रंथ साहब जी को मत्था टेक के अगां वास्ते गुरगद्दी गुरु ग्रंथ साहब को सौंपी गई। तो उस वक्त के सिख जिहड़े ने इस गल के गवाह हैं। ये जरूरी नहीं कि गुरु साहब कोई रिटन आर्डर करके जाते या कोई जी गुरगद्दी अगे ट्रांसफर होती है इहदा कोई ऐसा कोई हुक्म जारी करके जाते तां ही गुरबाणी गुरु होंदी, क्योंकि गुरबाणी गुरु है। ये हवाले तो गुरबाणी विचों मिलते हैं कि बाणी गुरु गुरु है, बाणी विच बाणी अमृत सारे, बाणी गुरु है। तो गुरु साहब भी गुरबाणी का सत्कार करते सन। उन्होंने मुख उच्चारण हुई बाणी जिहड़ी है, जदों गुरु ग्रंथ साहब जी का पहला प्रकाश होया, कोठा साहब उन्हों सुखासन होंदा सी, तो गुरु साहब इतना सत्कार करते सन कि जिस पलंग ते वो आप विराजमान होया करते सन उहदे उत्ते गुरु ग्रंथ साहब जी का सुखासन होंदा सी। आप वो नाल ही धरती ते विछौना बिछा के आपे विश्राम करते सन। यानी बाणी का इतना सत्कार सी। बाणी नूं गुरु साहब के सिर विच होंदे ही बाणी नूं ही गुरु मन्निया गया है। इस वास्ते जिहड़े साडे मन विच भुलेखे पाए जाते हैं कि गुरु ग्रंथ साहब जी गुरु नहीं हैं जी, सींदे गुरु नूं गुरु धारण करो, ये केवल अडंबरी गुरु जिहड़े अपनी गुरगद्दियां चलाउणा चाहुंदे ने, अपनी मानता वधाउणा चाहुंदे ने, वो इस किस्म का भंडी प्रचार करते हैं। गुरसिखां नूं जो गुरु ग्रंथ साहब नूं अपना गुरु मनण वाले ने, उन्हां दे मन च ये सिद्ध कायम रहना चाहिए, ये भरोसा कायम रहना चाहिए है कि इस विच एक पैसे का भी कोई शक की गुंजाइश नहीं है कि गुरु ग्रंथ साहब जी की बाणी गुरु है और बाणी अनुसार जीवन जीविया उस परमात्मा का अनुभव हो सकता है, जीवन का मनोरथ पूरा हो सकता है, जीवन सफल हो सकता है। इस बीच जरा भी शंका मन में लियाउण की कोई जरूरत नहीं है। हाँ, ये जरूर है कि केवल गुरु ग्रंथ साहब को मत्था टेक के ही ये ना समझ लीए कि असीं गुरु वाले हो गए हाँ।
ਗੁਰੂ ਦੀ ਬਾਣੀ ਗੁਰੂ ਹੈ। ਇਸ ਲਈ ਬਾਣੀ ਪੜ੍ਹਨੀ, ਵਿਚਾਰਨੀ, ਆਪਣੇ ਅਮਲਾਂ ਵਿੱਚ ਲਿਆਉਣੀ, ਬਾਣੀ ਅਨੁਸਾਰ ਜੀਵਨ ਜਿਉਣਾ ਹੀ ਗੁਰੂ ਔਰ ਸਿੱਖ ਦਾ ਸੁਮੇਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।